बहुत ही प्यारे विद्यार्थियों, पंजाबी स्टडी पॉइंट ते तुहाडा सारिਆਂ ਦਾ बहुत बहुत स्वागत है। अज +2 ਦੇ ਵਿਦਿਆਰਥੀਆਂ ਦੀ ਲਾਜ਼ਮੀ ਪੰਜਾਬੀ ਦੇ ਵਿੱਚੋਂ ਕਹਾਣੀ ਸਾਂਝ ਲੈ ਕੇ ਮੈਂ ਤੁਹਾਡੇ ਸਾਹਮਣੇ ਪੇਸ਼ ਹਾਂ। ਜੇ ਕਹਾਣੀ ਚੰਗੀ ਲੱਗੀ ਤਾਂ ਲਾਈਕ शेयर ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਤਾਂ ਇਸ ਕਹਾਣੀ ਦੇ ਵਿੱਚ ਅਸੀਂ ਦੇਖਦੇ ਹੈਗੇ ਹਾਂ ਕਿ ਮਨੁੱਖ ਨਿਰਾਪੁਰਾ ਪਦਾਰਥਿਕ ਚੀਜ਼ਾਂ ਦੇ ਨਾਲ ਹੀ ਇੱਕ ਦੂਸਰੇ ਦੇ ਨਾਲ ਸਾਂਝ ਨਹੀਂ ਪਾਉਂਦਾ, ਸਗੋਂ ਉਹ ਭਾਵਨਾਤਮਕ ਜਿਹੜਾ ਹੈ ਤੌਰ 'ਤੇ ਵੀ ਜਿਹੜਾ ਹੈ ਇੱਕ ਦੂਸਰੇ ਨਾਲ ਸਾਂਝ ਮਹਿਸੂਸ ਕਰਦਾ ਹੈ। ਇਸ ਕਹਾਣੀ ਦੇ ਲੇਖਕ ਦਾ ਨਾਮ ਸ਼੍ਰੀ ਸੁਜਾਨ ਸਿੰਘ ਹੈ। ਤਾਂ ਅਸੀਂ ਵੇਖਦੇ ਹੈਗੇ ਹਾਂ ਕਹਾਣੀ ਦਾ ਮੁੱਖ ਪਾਤਰ ਪ੍ਰੋਫੈਸਰ ML ਮਲਹੋਤਰਾ ਆਪਣੇ ਕਾਲਜ ਦੇ ਵਿੱਚੋਂ ਸਾਈਕਲ 'ਤੇ ਬਾਹਰ ਆਉਂਦਾ ਹੈ ਅਤੇ ਇੱਟਾਂ ਵੱਟਿਆਂ ਰੋੜਿਆਂ ਵਾਲੀ ਸੜਕ ਤੋਂ ਲੰਘਦਾ ਹੋਇਆ ਪੱਕੀ ਸੜਕ ਤੱਕ ਪਹੁੰਚਦਾ ਹੈ। ਜਿਸ ਤੱਕ ਪਹੁੰਚਣ ਨੂੰ ਉਸ ਦਾ ਬਹੁਤ ਜ਼ੋਰ ਲੱਗਦਾ ਹੈ ਅਤੇ ਉਹ ਇਹ ਸਮਝਦਾ ਹੈ ਕਿ ਸਾਡੀ ਜ਼ਿੰਦਗੀ ਵੀ ਇਹ ਵੱਟਿਆਂ ਰੋੜਿਆਂ ਵਰਗੀ ਸੜਕ ਵਰਗੀ ਹੀ ਹੈ। ਤਾਂ ਉਹ ਪਸੀਨੋ ਪਸੀਨੀ ਹੋ ਜਾਂਦਾ ਹੈ ਕਿਉਂਕਿ ਜੇਠ ਮਹੀਨੇ ਦਾ ਤੀਸਰਾ ਹਫ਼ਤਾ ਚੱਲ ਰਿਹਾ ਹੁੰਦਾ ਹੈ। ਭਾਵੇਂ ਕਿ ਦੁਪਹਿਰ ਤੋਂ ਬਾਅਦ ਦਾ ਸਮਾਂ ਹੁੰਦਾ ਹੈ ਅਤੇ ਧੁੱਪ ਘੱਟ ਗਈ ਹੁੰਦੀ ਹੈ, ਪਰ ਫਿਰ ਵੀ ਗਰਮੀ ਆਪਣਾ ਪੂਰਾ ਜ਼ੋਰ ਦਿਖਾ ਰਹੀ ਹੁੰਦੀ ਹੈ। ਬੱਸ ਸਟੈਂਡ ਦੇ ਨੇੜੇ ਸਵਾਰੀਆਂ ਧਰੇਕ ਦੀ ਛਾਂ ਥੱਲੇ ਬੈਠੀਆਂ ਬੱਸ ਉਡੀਕ ਰਹੀਆਂ ਹੁੰਦੀਆਂ ਨੇ ਅਤੇ ਇੰਨੀ ਦੇਰ ਨੂੰ ਜਿਹੜਾ ਹੈ ਉਸ ਦੇ ਨੇੜਿਓਂ ਦੀ ਇੱਕ ਲਾਲ ਚੀਰੇ ਵਾਲਾ ਸਾਈਕਲ ਸਵਾਰ ਲੰਘਦਾ ਹੈ, ਬਹੁਤ ਤੇਜ਼ੀ ਨਾਲ ਲੰਘਦਾ ਹੈ, ਜਿਸ ਨੂੰ ਵੇਖ ਕੇ ਉਹ ਸੋਚਦਾ ਹੈ ਇਸ ਨੂੰ ਕੀ ਭਾਜੜ ਪਈ ਹੈ। ਪਹਿਲਾਂ ਤਾਂ ਉਸ ਦਾ ਜੀਅ ਕਰਦਾ ਹੈ ਬਈ ਉਹ ਵੀ ਆਪਣਾ ਜ਼ੋਰ ਲਾ ਕੇ ਉਸ ਤੋਂ ਅੱਗੇ ਲੰਘ ਜਾਵੇ, ਪਰ ਉਹ ਆਪਣੀ ਅਧਖੜ ਉਮਰ ਦਾ ਧਿਆਨ ਕਰਦਿਆਂ ਅਜਿਹਾ ਕਰਨ ਦਾ ਵਿਚਾਰ ਛੱਡ ਦਿੰਦਾ ਹੈ। ਤਾਂ ਉਸ ਨੂੰ ਜਿਹੜਾ ਹੈ ਯਾਦ ਆਉਂਦਾ ਹੈ ਇੱਕ ਭਾਰਤੀ ਲੀਡਰ ਦਾ ਉਹ ਬਿਆਨ, ਜਿਸ ਵਿੱਚ ਉਹ ਕਹਿੰਦਾ ਹੈ ਕਿ ਜਿੱਥੇ ਦੂਸਰੇ ਲੋਕ ਨੇ ਜਿਹੜੇ ਉਹ ਦੂਸਰੇ ਦੇਸ਼ ਨੇ ਜਿਹੜੇ ਉਹ ਤਾਂ ਸਪੁਤਨਿਕਾਂ ਅਤੇ ਰਾਕੇਟਾਂ ਤੱਕ ਪਹੁੰਚ ਗਏ ਨੇ, ਜਦ ਕਿ ਭਾਰਤ ਅਜੇ ਸਾਈਕਲ ਤੱਕ ਹੀ ਮਸਾਂ ਪਹੁੰਚਿਆ ਹੈ। ਸਾਈਕਲ ਨੂੰ ਗਰੀਬ ਦੀ ਸਵਾਰੀ ਕਿਹਾ ਜਾਂਦਾ ਹੈ। ਇਹ ਸੋਚ ਕੇ ਪ੍ਰੋਫੈਸਰ ਨੂੰ ਜਿਹੜਾ ਹੈ ਥੋੜ੍ਹਾ ਜਿਹਾ ਉਹਦੇ ਮਨ ਦੇ ਵਿੱਚ ਜਿਹੜਾ ਹੈ ਗਲਾਨੀ ਦੇ ਭਾਵ ਆਉਂਦੇ ਨੇ ਕਿ ਉਹ ਆਪ ਇੱਕ ਗਰੀਬ ਹੈ, ਜਿਹੜੀ ਉਸਦੀ ਗਰੀਬੀ ਜਿਹੜੀ ਕਿ ਉਸਦੇ ਚਿੱਟੇ ਕੱਪੜਿਆਂ ਦੇ ਪਿੱਛੇ ਲੁਕੀ ਹੁੰਦੀ ਹੈ। ਤਾਂ ਇੰਨੀ ਦੇਰ ਨੂੰ ਇੱਕ ਬੱਸ ਉਹਦੇ ਨੇੜੋਂ ਦੀ ਲੰਘਦੀ ਹੈਗੀ ਆ, ਤਾਂ ਉਸਦੀ ਧੂੜ ਦੇ ਲੰਘਣ 'ਤੇ ਜਿਹੜਾ ਹੈ ਉਹ ਵੇਖਦਾ ਹੈ ਉਸਦੇ ਥੋੜ੍ਹਾ ਅੱਗੇ ਇੱਕ ਬਜ਼ੁਰਗ ਔਰਤ ਜਾ ਰਹੀ ਹੁੰਦੀ ਹੈ। ਉਹ ਲਾਲ ਚੀਰੇ ਵਾਲੇ ਸਾਈਕਲ ਸਵਾਰ ਨੂੰ ਰੋਕ ਕੇ ਕੁਝ ਕਹਿੰਦੀ ਹੈ, ਪਰ ਉਹ ਸਾਈਕਲ ਸਵਾਰ ਰੁਕਦਾ ਨਹੀਂ। ਇਹ ਦੇਖ ਕੇ ਜਿਹੜਾ ਹੈ ਪ੍ਰੋਫੈਸਰ ਦੇ ਮਨ ਦੇ ਵਿੱਚ ਇਹ ਭਾਵਨਾ ਆਉਂਦੀ ਹੈ ਕਿ ਇਹ ਸਾਈਕਲ ਸਵਾਰ ਪੱਥਰ ਦਿਲ ਹੈ, ਜਿਹੜਾ ਕਿ ਉਸ ਬਜ਼ੁਰਗ ਔਰਤ ਦੀ ਗੱਲ ਨਹੀਂ ਸੁਣਦਾ। ਚੰਗਾ ਤਾਂ ਖੈਰ ਉਹ ਆਪ ਵੀ ਨਹੀਂ ਸੀ, ਉਹ ਇਹ ਸੋਚਦਾ ਹੈ। ਜਦੋਂ ਉਹ ਇਸ ਬੁੱਢੀ ਮਾਈ ਕੋਲ ਪਹੁੰਚਦਾ ਹੈ ਤਾਂ ਉਹ ਉਸ ਨੂੰ ਕਹਿੰਦੀ ਹੈ, ਵੀਰਾ ਮੈਂ ਸਹੇੜੇ ਤੱਕ ਜਾਣਾ ਹੈ, ਮੈਨੂੰ ਆਪਣੇ ਨਾਲ ਲੈ ਚੱਲ। ਤਾਂ ਪ੍ਰੋਫੈਸਰ ਉਸ ਨੂੰ ਦੱਸਦਾ ਹੈ ਕਿ ਉਸਨੇ ਤਾਂ 1 ਮੀਲ ਦੀ ਦੂਰੀ 'ਤੇ ਜਿਹੜਾ ਹੈ ਸ਼ਹਿਰ ਹੈ ਉੱਥੇ ਜਾਣਾ ਹੈ। ਉਹ ਇਹ ਸੋਚਦਾ ਹੈ ਕਿ ਇਹ ਗੱਲ ਸੁਣ ਕੇ ਸ਼ਾਇਦ ਬੁੱਢੀ ਆਪ ਹੀ ਇਨਕਾਰ ਕਰ ਦੇਵੇਗੀ, ਪਰ ਮਾਈ ਉਸ ਨੂੰ ਕਹਿੰਦੀ ਹੈ, ਵੀਰਾ ਉੱਥੇ ਤੱਕ ਹੀ ਲੈ ਚੱਲ। ਇਹ ਸੁਣ ਕੇ ਅਣਮੰਨੇ ਮਨ ਦੇ ਨਾਲ ਪ੍ਰੋਫੈਸਰ ਉਸ ਨੂੰ ਜਿਹੜਾ ਹੈ ਆਪਣੇ ਸਾਈਕਲ 'ਤੇ ਬਿਠਾਉਂਦਾ ਹੈ। ਉਹ ਬੁੱਢੀ ਮਾਈ ਆਪ ਸਾਈਕਲ 'ਤੇ ਬੈਠ ਵੀ ਨਹੀਂ ਸਕਦੀ ਸੀ ਅਤੇ ਉਹ ਉਸ ਨੂੰ ਸਹਾਰਾ ਦੇ ਕੇ ਸਾਈਕਲ 'ਤੇ ਬਿਠਾਉਂਦਾ ਹੈ ਅਤੇ ਉਸ ਦਾ ਜਿਹੜਾ ਮੈਲਾ ਕੁਚੈਲਾ ਜਿਹੜਾ ਥੈਲਾ ਹੈ ਉਹ ਵੀ ਜਿਹੜਾ ਹੈ ਆਪਣੇ ਸਾਈਕਲ ਦੇ ਹੈਂਡਲ ਦੇ ਨਾਲ ਲਮਕਾ ਰਹਿੰਦਾ ਹੈ। ਉਸ ਨੂੰ ਗੱਲਾਂ ਤੋਂ ਪਤਾ ਚੱਲਦਾ ਹੈ ਕਿ ਬੁੱਢੀ ਸਹੇੜੇ ਪਿੰਡ ਰਹਿੰਦੀ ਹੈ। ਉੱਥੇ ਉਸਦੀ ਇੱਕ ਟੁੱਟੀ ਫੁੱਟੀ ਝੁੱਗੀ ਤੋਂ ਇਲਾਵਾ ਹੋਰ ਉਸਦਾ ਕੋਈ ਰਿਸ਼ਤੇਦਾਰ ਨਹੀਂ। ਉਸਦੇ ਆਂਢੀ ਗੁਆਂਢੀ ਉਸ ਨੂੰ ਖਾਣ ਲਈ ਜੋ ਵੀ ਦਿੰਦੇ ਸੀ ਉਹ ਖਾ ਲੈਂਦੀ ਸੀ, ਪਰ ਉਹ ਇੰਨੀ ਸਵੈਮਾਨੀ ਸੀ ਕਿ ਉਹ ਕਿਸੇ ਦੇ ਘਰ ਮੰਗਣ ਨਹੀਂ ਸੀ ਜਾਂਦੀ। ਇਹ ਸੁਣ ਕੇ ਪ੍ਰੋਫੈਸਰ ਨੂੰ ਬਹੁਤ ਤਰਸ ਆਉਂਦਾ ਹੈ। ਉਹ ਸੋਚਦਾ ਹੈ ਕਿ ਜੇਕਰ ਅਜਿਹੇ ਬੁੱਢੇ ਫਿਰ ਮੰਗਤੇ ਨਹੀਂ ਬਣਨਗੇ ਤਾਂ ਕੀ ਬਣਨਗੇ। ਪ੍ਰੋਫੈਸਰ ਦੀ ਆਪਣੀ ਆਰਥਿਕ ਅਵਸਥਾ ਇੰਨੀ ਚੰਗੀ ਨਹੀਂ ਸੀ ਕਿ ਉਹ ਬੁੱਢੀ ਮਾਈ ਦੀ ਕੋਈ ਸਹਾਇਤਾ ਕਰ ਸਕਦਾ, ਅਤੇ ਉਹ ਚਾਹੁੰਦਾ ਤਾਂ ਸੀ ਕਿ ਉਹ ਆਪਣੇ ਕੋਲੋਂ ਬੱਸ ਦਾ ਕਿਰਾਇਆ ਦੇ ਕੇ ਉਸਨੂੰ ਬੱਸ ਵਿੱਚ ਬਿਠਾ ਦੇਵੇ, ਪਰ ਉਸਦੀ ਜੇਬ ਦੇ ਵਿੱਚ ਪੈਸੇ ਨਹੀਂ ਸਨ। ਅਤੇ ਉਸਨੇ ਇੱਕ ਵਾਰ ਤਾਂ ਇਹ ਵੀ ਸੋਚਿਆ ਕਿ ਉਹ ਕਿਸੇ ਕੋਲੋਂ ਪੈਸੇ ਮੰਗ ਕੇ ਉਸਦੀ ਸਹਾਇਤਾ ਕਰੇ, ਪਰ ਇਹ ਗੱਲ ਉਸਨੂੰ ਆਪਣੇ ਸਵੈਮਾਨ ਦੇ ਖਿਲਾਫ ਜਾਪੀ। ਅਜਿਹਾ ਕਰਦਿਆਂ ਉਸਨੇ ਉਸ ਨੂੰ ਜਿਹੜਾ ਹੈ ਬੁੱਢੀ ਮਾਈ ਨੂੰ ਆਪਣੇ ਸ਼ਹਿਰ ਤੱਕ ਲੈ ਗਿਆ ਤਾਂ ਮੋੜ 'ਤੇ ਜਾ ਕੇ ਉਸਨੇ ਉਸ ਨੂੰ ਉਤਾਰਿਆ
ਤੇ ਉਹ ਗੰਦਾ ਜਿਹੜਾ ਥੈਲਾ ਸੀ ਉਹ ਉਸ ਨੂੰ ਫੜਾਇਆ। ਇੰਨੀ ਦੇਰ ਨੂੰ ਕੀ ਵੇਖਦਾ ਹੈ ਕਿ ਲਾਲ ਚੀਰੇ ਵਾਲਾ ਸਾਈਕਲ ਸਵਾਰ ਵਾਪਿਸ ਆਉਂਦਾ ਹੈ ਤੇ ਉਸ ਨੂੰ ਮਾਈ ਨੂੰ ਕਹਿੰਦਾ ਹੈ ਕਿ ਮਾਹੀ, ਮੈਂ ਤਾਂ ਬਾਗਾਂ ਵਾਲੇ ਜਾਣਾ ਹੈ, ਮੇਰਾ ਕੰਮ ਛੇਤੀ ਹੋ ਗਿਆ ਹੈ, ਪਰ ਮੈਂ ਤੈਨੂੰ ਤੇਰੇ ਪਿੰਡ ਸਹੇੜੇ ਹੀ ਛੱਡ ਆਵਾਂਗਾ। ਇਹ ਸੁਣ ਕੇ ਪ੍ਰੋਫੈਸਰ ਬਹੁਤ ਖੁਸ਼ ਹੁੰਦਾ ਹੈ ਅਤੇ ਉਹ ਸੋਚਦਾ ਹੈ ਕਿ ਜਿਸ ਸਾਈਕਲ ਸਵਾਰ ਨੂੰ ਉਸਨੇ ਪੱਥਰ ਦਿਲ ਸਮਝਿਆ ਸੀ, ਉਹ ਤਾਂ ਉਹਦੇ ਵਰਗਾ ਹੀ ਨੇਕ ਦਿਲ ਇਨਸਾਨ ਨਿਕਲਿਆ। ਤੇ ਇਸ ਤਰ੍ਹਾਂ ਉਹ ਸਹਾਰਾ ਦੇ ਕੇ ਉਸ ਨੂੰ ਜਿਹੜਾ ਹੈ ਉਸ ਨੌਜਵਾਨ ਦੇ ਸਾਈਕਲ 'ਤੇ ਬਿਠਾਉਂਦਾ ਹੈ ਤੇ ਇਸ ਤਰ੍ਹਾਂ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਜਿਹੜਾ ਹੈ ਹਮਦਰਦੀ ਦੀ ਭਾਵਨਾ ਦੀ ਸਾਂਝ ਪੈਦਾ ਹੋ ਜਾਂਦੀ ਹੈ। ਤਾਂ ਇਸ ਕਹਾਣੀ ਦੇ ਕੁਝ ਵਸਤੂਨਿਸ਼ਟ ਕੁਐਸਚਨ ਨੇ। ਪਹਿਲਾ ਕੁਐਸਚਨ ਹੈਗਾ ਕਿ ਇਸ ਕਹਾਣੀ ਦਾ ਮੁੱਖ ਪਾਤਰ ਕੌਣ ਹੈ? ਤਾਂ ਕੀ ਹੈ ਉਸਦਾ ਉੱਤਰ? M.L. ਮਲਹੋਤਰਾ। ਤਾਂ ਉਹ ਕੀ ਕੀਤਾ ਕਰਦਾ ਸੀ? ਉਹ ਕਾਲਜ ਦੇ ਵਿੱਚ ਪ੍ਰੋਫੈਸਰ ਸੀ। ਇਹ ਘਟਨਾ ਕਿਸ ਮਹੀਨੇ ਵਿੱਚ ਵਾਪਰਦੀ ਹੈ? ਜੁਲਾਈ ਦੇ ਤੀਸਰੇ ਹਫ਼ਤੇ ਵਿੱਚ। ਤਾਂ ਪ੍ਰੋਫੈਸਰ ਕਿਸ ਸਮੇਂ ਜਿਹੜਾ ਹੈ ਘਰ ਨੂੰ ਜਾ ਰਿਹਾ ਸੀ? ਦੁਪਹਿਰ ਪਿੱਛੋਂ। ਤਾਂ ਲਾਲ ਚੀਰੇ ਵਾਲਾ ਦੇਖਣ ਤੋਂ ਜਿਹੜਾ ਹੈ ਕੀ ਜਾਪਦਾ ਸੀ? ਇਸ ਦਾ ਉੱਤਰ ਹੈ ਇੱਕ ਕਿਸਾਨ। ਤਾਂ ਬੁੱਢੀ ਮਾਈ ਦੀ ਅਵਸਥਾ ਕਿਹੋ ਜਿਹੀ ਸੀ? ਉਸ ਦੀ ਅਵਸਥਾ ਬਹੁਤ ਹੀ ਖਸਤਾ ਸੀ, ਬਹੁਤ ਹੀ ਗਰੀਬ ਸੀ, ਤਰਸਯੋਗ ਸੀ, ਜਿਸ ਦੇ ਕੋਲ ਨਾ ਖਾਣ ਲਈ ਕੁਛ ਸੀ ਅਤੇ ਨਾ ਹੀ ਪਹਿਨਣ ਲਈ ਕੁਛ ਸੀਗਾ। ਤਾਂ ਇਸ ਤੋਂ ਬਾਅਦ ਜਿਹੜਾ ਅਗਲਾ ਕੁਐਸਚਨ ਕੀ ਹੈ? ਲਾਲ ਚੀਰੇ ਵਾਲੇ ਕਿਸਾਨ ਅਤੇ ਪ੍ਰੋਫੈਸਰ M.L. ਮਲਹੋਤਰਾ ਦੋਹਾਂ ਦੇ ਵਿੱਚ ਕਿਸ ਚੀਜ਼ ਦੀ ਸਾਂਝ ਪੈਦਾ ਹੋ ਗਈ? ਤਾਂ ਇਹਦਾ ਉੱਤਰ ਕੀ ਹੈ? ਹਮਦਰਦੀ ਦੀ ਭਾਵਨਾ ਦੀ ਸਾਂਝ ਪੈਦਾ ਹੋਈ। ਤਾਂ ਇਹ ਤਾਂ ਅਸੀਂ ਕਹਾਣੀ ਤੇ ਬਹੁਤ ਚੰਗੀ ਤਰ੍ਹਾਂ ਤਿਆਰੀ ਕਰਨੀ ਹੈਗੀ ਆ ਬੇਟੇ। ਤਾਂ ਫਿਰ ਮਿਲਾਂਗੇ ਇੱਕ ਹੋਰ ਵੀਡੀਓ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।